ਬੜੀ ਸੋਹਣੀ ਤੁਸੀਂ ਗੱਲ ਕੀਤੀ ਹੈ ਵੈਸੇ। नहीं, मैं सोनी गल की करन, तुसी कहंदे हो कि वलीउल्लाह कभी कभी जिना कर लिया करते हैं। ਇਹਦਾ ਮਤਲਬ ਕਿ ਅਬਦੁਲ ਕਾਦਰ ਜਿਲਾਨੀ ਸਾਹਿਬ ਕਦੀ ਕਦੀ ਜ਼ਿਨਾ ਕਰ ਲਿਆ ਕਰਤੇ हैं आपके मुताबिक, या जिन्हें लिखिया है या जिन्हें फतवा लाया है ਉਹਨਾਂ ਦੇ ਮੁਤਾਬਕ। ਭਾਈ ਬੂਟਾ ਉਹ ਸਾਲ ਹੈ ਅਸੀਂ ਜਿਸ ਤਰ੍ਹਾਂ ਦੇ ਅਬਦੁਲ ਕਾਦਰ ਜਿਲਾਨੀ ਸਾਹਿਬ ਨੂੰ ਸਮਝਦੇ ਹਾਂ ਨਾ, ਜਿਸ ਤਰ੍ਹਾਂ ਦਾ ਦਾਵਾ ਅਬਦੁਲ ਕਾਦਰ ਜਿਲਾਨੀ ਸਾਹਿਬ ਦਾ ਸੀ ਨਾ, ਜ਼ਿਲੇ ਮਰਤਬਾ ਨਬੂਵਤ ਦਾ, ਉਹੀ ਦਾਵਾ ਮਿਰਜ਼ਾ ਸਾਹਿਬ ਦਾ ਵੀ ਸੀ। ਠੀਕ ਹੈ, ਉਹਨਾਂ ਨੂੰ ਵੀ ਤਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਜ਼ਿਲੇ ਮਰਤਬਾ ਨਬੂਵਤ ਤੇ ਸਮਝਦਾ ਸੀ। ਠੀਕ ਹੈ, ਤੇ ਉਹੀ ਮਕਾਮ ਮਿਰਜ਼ਾ ਸਾਹਿਬ ਦਾ ਸੀ ਜੋ ਅਹਿਮਦ ਰਜ਼ਾ ਖਾਨ ਦੀ ਨਜ਼ਰ ਦੇ ਵਿੱਚ ਆਪਣਾ ਉਹਦਾ ਸੀ, ਅਬਦੁਲ ਕਾਦਰ ਜਿਲਾਨੀ ਸਾਹਿਬ ਦਾ ਸੀ। ਅਬਦੁਲ ਕਾਦਰ ਜਿਲਾਨੀ ਸਾਹਿਬ ਹੈ। ਠੀਕ ਹੈ ਜੀ, ਬੱਲੇ ਇਹ ਸਹੀ ਗੱਲ ਫਰਮਾਉਂਦੇ ਹੋ ਪਏ। ਹਾਂ ਜੀ, ਕਰ ਲਈ ਜੀ ਆਲਾ ਹਜ਼ਰਤ, ਸੌਰੀ ਆਲਾ ਹਜ਼ਰਤ ਕਹਿੰਦੇ छोटी सरकार बिल्कुल ठीक, सही फरमाया। पीराने पीर, मैं ਤੁਹਾਡੇ ਨਾਲ गौसे आजम। हाँ बस ठीक है, ठीक है नाल। हाँ बस ठीक है जी, जज़ाकल्लाह, बहुत शुक्रिया। मैं उत्ते आना नहीं सी चाहता, लेकिन ਤੁਹਾਡੇ ਬੰਦਿਆਂ ਨੇ ਧੱਕੇ ਨਹੀਂ ਰੁਕੋ ਤੇ ਸਹੀ ਨਾ ਜੀ, ਇੰਜ ਤੇ ਨਹੀਂ ਦੌੜੀ ਦਾ ਤੇ ਨਹੀਂ। ਉਹ ਨਹੀਂ ਮਿਹਰਬਾਨੀ ਹੈ ਤੁਹਾਡੀ। ਉਹ ਨਹੀਂ ਤੁਸੀਂ ਗਾਲਾਂ ਬੜੀਆਂ ਕੱਢਦੇ ਹੋ। ਫਜ਼ਲ ਖੋਲੀ ਹੋਈ ਹੈ। ਉਹ ਤੁਹਾਡੇ ਨਾਲ ਗੱਲ ਕਰਨ ਨਾਲ ਬਿਹਤਰ ਹੈ ਬੰਦਾ ਉਂਝ ਹੀ ਤੁਰ ਜਾਏ, ਕਿਉਂਕਿ ਤੁਸੀਂ ਗਾਲਾਂ ਬੜੀਆਂ ਕੱਢਦੇ। ਨਹੀਂ ਗਾਲ ਨਹੀਂ ਕਰਨੀ, ਕੋਈ ਇਲਮੀ ਗੱਲ ਕਰਨੀ ਹੁੰਦੀ ਨਾ, ਗਾਲ ਨਹੀਂ ਕਰਨੀ, ਇਲਮੀ ਗੱਲ ਹੁੰਦੀ, ਗਾਲ ਨਹੀਂ, ਇਲਮੀ ਗੱਲ ਹੋਵੇ ਤੇ ਬੰਦਾ ਕਰ ਲੈ। ਗਾਲ ਨਹੀਂ ਕਰਨੀ। ਅਲ ਫਜ਼ਲ ਖੋਲਣਾ, ਅਲ ਫਜ਼ਲ ਅਖਬਾਰ 31 ਅਗਸਤ 1938 ਦਾ ਸ਼ੁਮਾਰਾ ਖੋਲਣਾ, ਗਾਲ ਨਹੀਂ ਕਰਨੀ। ਤੇ ਸਫਾ ਨੰਬਰ 6 ਠੀਕ ਹੋ ਗਿਆ, ਸਫਾ ਨੰਬਰ ਠੀਕ ਹੋ ਗਿਆ। ਫਤਾਵਾ ਸੁਣ ਲਓ। ਉਸ ਤੋਂ ਬਾਅਦ ਫਤਾਵਾ ਰਿਜ਼ਵੀਆ ਜਿਲਦ 15 ਸਫਾ ਨੰਬਰ 500 ਤੇ 39 ਖੋਲੋ ਤੇ ਉਹਦੇ ਵਿੱਚ ਪੜ੍ਹ ਕੇ ਸੁਣਾਓ ਕਿ ਸ਼ੀਆ, ਦਿਓਬੰਦੀ, ਵਹਾਬੀ, ਚਕੜਾਲਵੀ ਸਾਰੇ ਵਲਦੁਜ਼ਨਾ ਤੇ ਕਾਫਰ ਨੇ। ਤੇ ਜਿਹੜਾ ਇਹਨਾਂ ਨੂੰ ਕਾਫਰ ਨਾ ਮੰਨੇ, ਜਿਹੜਾ ਬਰੇਲਵੀ ਇਹਨਾਂ ਨੂੰ ਕਾਫਰ ਨਾ ਮੰਨੇ, ਉਹ ਵੀ ਵਲਦੁਜ਼ਨਾ ਫਤਾਵਾ ਰਿਜ਼ਵੀਆ ਜਿਹੜੇ ਮੁਰੱਬੀ ਕਹਿ ਰਿਹਾ ਵਾ, ਫਤਾਵਾ ਰਿਜ਼ਵੀਆ ਆਹੋ ਸੁਣਾ। ਮੁੰਡਾ ਨਹੀਂ ਹੈ, ਉਹ ਮੁੰਡਾ ਨਹੀਂ ਹੈ, ਤੁਹਾਡੀ ਬੇਗਮ ਹੋਣੀ ਹੈ। ਠੀਕ ਹੈ, ਫਤਾਵਾ ਰਿਜ਼ਵੀਆ ਸੁਣਾਓ, ਪੜਨ ਤੇ ਦਿਓ, ਬੋਲਣ ਨਾ। ਅੱਛਾ ਜੀ, ਅੱਲੋ ਜੀ, ਮੁਰੱਬੀ ਸਾਹਿਬ ਨੇ ਇੱਕ ਹਵਾਲਾ ਫਰਮਾਇਆ ਫਤਾਵਾ ਰਿਜ਼ਵੀਆ। ਮੈਂ ਮੁਰੱਬੀ ਸਾਹਿਬ ਨਹੀਂ ਹੈ, ਬਾਲ ਤੁਸੀਂ ਗਾਲਾਂ ਗੁਲਾਂ ਕੱਢ ਲਓ, ਮੁਫਤੀ ਸਾਹਿਬ ਗਾਲਾਂ ਗੁਲਾਂ ਕੱਢ ਲਓ, ਮੈਂ ਜਾਣਾ। ਫਿਰ ਇੱਕ ਗੱਲ ਵੀ ਤਾਂ ਸੁਣਨ, ਗਾਲਾਂ ਕੱਢੋ ਯਾਰ, ਜਿਹੜਾ ਤੁਹਾਡਾ ਕੰਮ ਹੈ ਮੁਫਤੀ ਸਾਹਿਬ। ਗੱਲ ਕਰਨ ਤੁਸੀਂ ਗੱਲ ਕਰ ਯਾਰ, ਮੇਰੀ ਗੱਲ ਸੁਣ ਮੁਫਤੀ ਸਾਹਿਬ, ਤੁਹਾਡਾ ਗੱਲ ਕਰਨਾ ਬਣਦਾ। ਖੋਲਿਆ ਮੈਂ ਜੋ ਤੁਸੀਂ ਫਰਮਾਇਆ ਉਹ ਖੋਲਿਆ। ਮੁਫਤੀ ਸਾਹਿਬ ਕੋ ਗਾਲਾਂ ਗੁਲਾਂ ਕੱਢੋ, ਕੋਈ ਇਹ ਬੋਲ ਲਟਰਮ ਪਟਰਮ ਕੀ ਫਤਾਵਾ ਰਿਜ਼ਵੀਆ ਤੇ ਕੀ ਪਿਆ ਜੀ? ਉਹਦੇ ਚ ਵੀ ਇਹ ਲਿਖਿਆ ਕਿ ਫਲਾਣਾ ਫਲਾਣਾ ਕਾਫਰ ਫਲਾਣਾ ਝੂਠਾ, ਤੁਸੀਂ ਵੀ ਗਾਲਾਂ ਕੱਢ ਲਓ। ਮੈਂ ਫਿਰ ਅਲ ਫਜ਼ਲ ਖੋਲਣਾ, ਮੈਂ ਤੇ ਕਹਿ ਰਿਹਾ ਕਿ ਕੱਢੋ ਗਾਲ, ਮੈਂ ਥੱਲੇ ਉਤਰਾਂ। ਠੀਕ ਹੈ, ਮੈਂ ਤਾਂ ਨਾਲ ਗੱਲ ਕਰਨਾ ਨਹੀਂ ਚਾਹੁੰਦਾ। ਮੈਨੂੰ ਅਲ ਫਜ਼ਲ ਖੋਲਣ ਦਿੰਦੇ ਹੋ ਪਏ, ਨਾ ਹੀ ਫਤਾਵਾ ਰਿਜ਼ਵੀਆ ਖੋਲਣ ਦਿੰਦੇ ਹੋ ਪਏ ਤੁਸੀਂ। ਨਾ ਇਹਨਾਂ ਨੂੰ ਜਿਨ੍ਹਾਂ ਨੇ ਮਦਨੀ ਵਾਲੀਆਂ ਲਾਈਆਂ ਨਾ, ਸੁਣੋ ਤੇ ਸਹੀ ਨਾ ਰਹੀਲ ਮੁਰੱਬੀ ਜੀ, ਇੱਕ ਮਿੰਟ। ਅੱਛਾ ਲਓ, ਹੁਣ ਮੈਂ ਅਲ ਫਜ਼ਲ ਤੇ ਵਾਪਸ ਆ ਗਿਆ। ਅਲ ਫਜ਼ਲ ਨਹੀਂ, ਫਤਾਵਾ ਰਿਜ਼ਵੀਆ ਦੇ, ਫਤਾਵਾ ਰਿਜ਼ਵੀਆ ਦੇ, ਇੱਕ ਮਿੰਟ ਫਤਾਵਾ ਰਿਜ਼ਵੀ ਦਾ, ਫਤਾਵਾ ਰਿਜ਼ਵੀ ਚੱਲ। ਧੱਕੇ ਨਾਲ ਮਾਈਕ ਮਿਊਟ ਕਰੋ, ਇਹਨੇ ਨਹੀਂ ਜੇ ਮੈਨੂੰ ਬੋਲਣ ਦੇਣਾ। अच्छा सुनो भाई, हजरत मसीह मुतर लहे शलवार वली अल्लाह थे और वली अल्लाह भी कभी कभी जना कर लिया करते हैं। अगर हजरत मसीह मुतर लहे शलवार ने कभी कभी जना कर लिया तो इसमें हर्ज क्या हुआ? फिर लिखा है कि हमें हजरत मसीह मुतर लहे शलवार के ऊपर एतराज नहीं, क्योंकि हजरत मसीह मुतर लहे शलवार वो वली अल्लाह थे और वली अल्लाह कभी कभी जना कर लिया करते हैं। हमें एतराज मौजूदा खलीफा पर है क्योंकि वो हर वक्त जना करता रहता है। और ये मौजूदा खलीफा कौन है? वो है खलीफा जानी, जिसने अपनी बेटी के साथ जना किया, और मिर्जे कादियानी का बड़ा बेटा बशीरुद्दीन महमूद। ये उसकी बात हो रही है। अखबार आपका है, मेरा अखबार नहीं है। ये वो ही हवाला है
जो सुने बगैर ही आप दौड़ के जनाब निकल गए फतावा रिजविया की तरफ है जी। रहील मुरब्बी साहब आए ना जरा कोई थोड़ी सी बात करें। चमोना इधर दौड़ चलिए। गया उस्ताद जी। दौड़ के दौड़न ਉਸਤਾਦ ਜੀ ਦੌੜਨਾ ਨਰਮ ਚਮੂਣਾ ਸੀ, ਉਹ ਹੱਥ ਲਾਇਆ ਮਰ ਜਾਣਾ ਸੀ, ਉਹ ਨਸ ਗਿਆ। ਫੜਿਆ ਸੀ ਉੱਤੇ ਲੱਗ ਗਿਆ, ਨਰਮ ਸੀ ਨਾ ਬੋਲ। ਅੱਛਾ ਗਾਲਾਂ ਦੀ ਗੱਲ ਸੁਣਾਈ ਹੈ ਤੇ ਚਲੋ ਗਾਲਾਂ ਦੀ ਪਟਾਰੀ ਖੋਲ ਲੈਨੇ ਉਹ ਕਿਹੜਾ ਕੋਈ ਗਾਲਾਂ ਦੀ ਗੱਲ ਬਈ ਆਂਦੇ ਸਰ ਪੇ ਗਾਲ ਕੋਈ ਮੋਟੀ ਸਾਰੀ ਗਾਲ ਕੱਢ ਕੇ ਸੁਣਾ। ਹੈਲੋ ਜੀ मोटी सारी गाल फिर वो अल-फजल का उस्ताद मतलब एक अल-फजल का हवाला है एक, वो मिर्ज़ा जो इनका 2 नंबर जो इनका खलीफा था, वो कहता है कि अगर आपने किसी को गाली निकालनी हो ना तो उसको डायरेक्ट गाली ना निकालें। वो वाला हवाला उस्ताद मतलब मौजूद है अपने पास अल-फजल का? नहीं वो अच्छा अच्छा वो ये मैं है, देखता हूँ मैं। अल-फजल अखबार है 23 अक्टूबर 1936 का शुमार है और सफा नंबर है जनाब 7। ये हवाला मौजूद है, सुनिए जी। खलीफातुल मसीह अव्वल को राम मोहन राय की एक किताब पढ़ने से मना किया गया तो जल्लाश ने फरिश्ता इल्हाम से कहा कि नूरुद्दीन को सख्ती के साथ इस किताब के पढ़ने से मना कर दो। फरिश्ता ने इस इशारा को पाकर एक फिक्रा बनाया और बड़ी मोटी गाली देकर कहा इस दी भैन नूं लाम नून दी किताब नहीं पढ़नी। समझ आई कि ਇਹਦੇ ਤੋਂ ਵੀ ਮੋਟੀ ਕੋਈ ਗਾਲੀ ਆ ਜੇ ਤੇ ਦੱਸ ਦਿਓ। ਵੈਸੇ ਜਿਹੜੀ ਮੋਟੀ ਗਾਲੀ ਮੈਨੂੰ ਲੱਭੀ ਉਹ ਇਹੋ ਹੀ ਜੇ, ਇਹ ਅੱਗੋਂ ਤੁਹਾਡੀ ਮਰਜ਼ੀ ਹੁਣ ਇਹ ਹੁਣ ਮੋਟੀ ਕਰ ਲਓ ਜਾਂ ਫਿਲ ਇਨ ਦੀ ਬਲੈਕਸ ਫਿਲ ਇਨ ਦੀ ਬਲੈਕਸ ਜਿਹੜੀ ਮਰਜ਼ੀ ਲਾ ਲਓ, ਤੁਹਾਡੀ ਖੁਸ਼ੀ ਹੈ ਹੁਣ ਜੋ ਮਰਜ਼ੀ। ਉਸਤਾਦ ਅਸੀਂ ਤੇ ਵੇਖੋ ਨਾ ਜੀ ਮੁਰੱਬੀ ਸਾਹਿਬ ਕਾਦੀਆਨੀ ਨੇ, ਹਾਂਜੀ ਮਿਰਜ਼ਾ ਕਾਦੀਆਨੀ ਨੇ ਗਾਲੀ ਨਿਕਾਲੀ। ਨਹੀਂ ਨਹੀਂ ਫਰਿਸ਼ਤਾ ਇਲਹਾਮ ਮਿਰਜ਼ਾ ਜੀ ਤੇ ਵਲੀ ਅੱਲਾ ਸਨ, ਉਹ ਨਹੀਂ, ਸਿਰਫ ਮਿਰਜ਼ਾ ਮੈਂ ਕਹਿ ਰਿਹਾ ਸਾਨੂੰ ਸੀ, ਗਾਲਾਂ ਨਹੀਂ ਸਨ ਕੱਢਦੇ। ਮੈਂ ਕਿਹਾ ਜੇ ਉਹਨੇ ਕੱਢੀ ਉਹ ਤੇ ਹਾਲਤ ਨਮਰਤਮੀ ਉਹ ਚ ਹੈਗਾ ਸੀ, ਉਹ ਤੇ ਇਹੋ ਜਿਹੀ ਗਾਲੀ ਕੱਢ ਨਹੀਂ ਸਕਦਾ। ਨਹੀਂ 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 ਮਿਰਜ਼ਾ ਸਾਹਿਬ ਗਾਲਾਂ ਕਿੱਥੇ ਕੱਢਦੇ ਸਨ, ਲੈ ਉਹ ਤੇ ਉਹਨਾਂ ਦਾ ਫਰਿਸ਼ਤਾ ਕੱਢਦਾ ਸੀ। ਉਹ ਤਾਂ ਫਰਿਸ਼ਤਾ ਜਿਹੜਾ ਹੁੰਦਾ ਸੀ ਨਾ ਵਹੀ ਲੈ ਕੇ ਉਹ ਕੱਢਦਾ ਹੁੰਦਾ ਸੀ। ਮਿਰਜ਼ਾ ਸਾਹਿਬ ਤੇ ਸਨ ਵਲੀ ਅੱਲਾ, ਤੇ ਵਲੀ ਅੱਲਾ ਕਰਦਾ ਕਦੀ ਕਦੀ ਜ਼ਨਾ, ਉਹ ਸਿਰਫ ਜ਼ਨਾਕਾਰੀ ਚ ਮਸਰੂਫ ਰਹਿੰਦੇ ਸਨ। ਉਹ ਗਾਲਾਂ ਕੂਲਾਂ ਦੀ ਤਰਫ ਉਹਨਾਂ ਦੀ ਤਵੱਜੋ ਹੀ ਨਹੀਂ ਸੀ ਜਾਂਦੀ। ਸਮਝ ਆਈ ਕਿ ਜੀ ਮੁਰੱਬੀ ਸਾਹਿਬ ਹੋਰ ਕੋਈ ਸਾਡੇ ਲਾਇਕ आओ ना जरा यार कोई थोड़ी तबलीग तो बलूग करो। ਉਸਤਾਦ ਮੁਹਤਰਮ ਉਹ ਨਾ ਮਿਰਜ਼ਾ ਕਾਦੀਆਨੀ ਨੂੰ ਲੋਕਾਂ ਨੇ ਕਿਹਾ ਨਾ ਕਿ ਮਿਰਜ਼ਾ ਸਾਹਿਬ ਤੁਸੀਂ ਤੇ ਗਾਲੀਆਂ ਦਾ ਬਲੰਡਰ ਪਲੰਦਾ ਹੋ, ਤੁਸੀਂ ਮੁਸਲਮਾਨਾਂ ਨੂੰ, ਸਾਈਆਂ ਨੂੰ, ਹਿੰਦੂਆਂ ਨੂੰ ਤੁਸੀਂ ਨੰਗੀਆਂ ਨੰਗੀਆਂ ਗਾਲਾਂ ਕੱਢਦੇ ਹੋ। ਤੇ ਅੱਗੋਂ ਮਿਰਜ਼ਾ ਕਹਿੰਦਾ ਵੇ ਰੂਹਾਨੀ ਖਜ਼ਾਇਨ ਜਿਲਦ 3 ਸਫਾ ਨੰਬਰ 109 ਅਜ਼ਾਲਾ ਹਾਮ ਸਾਵਲ ਕਹਿੰਦਾ ਜੇ ਮੈਂ ਗਾਲਾਂ ਕੱਢਦਾ ਨਾ ਤੇ ਫੇਰ ਇਹਦਾ ਮਤਲਬ ਹੈ ਕਿ ਸਾਰੇ ਦਾ ਸਾਰਾ ਕੁਰਾਨ ਹੀ ਗਾਲੀਆਂ ਨਾਲ ਭਰਿਆ ਹੈ। ਉਹਨੇ ਕਿਹਾ ਸਾਰਾ ਕੁਰਾਨ ਗਾਲੀਆਂ ਨਾਲ ਭਰਿਆ। ਅਸਤਗਫਿਰullah। अजीब कादियानी फितरत है, अजीब कादियानी नमूने ने ना ही है जनाब साडे बुजुर्गां दीयां किताबां पढ़दे ने ना ही अपने बुजुर्गां दीयां पढ़दे ने। उंज नारे बड़े लाणगे कुरान दीस कुरान दीस कुरान दीस, इन्हां नूं कही आओ कुरान दीस तूं साबित कर दिओ, उत्थों भी दौड़ जाणगे। पता नहीं अजीब जी कौन भाई कुरान दी हिस्से ही बात कर लो, आ जाओ बात तो करो, मर जाओ कादियानियों, करो तो सही। रहील मुरब्बी नूं दोबारा काल ते चक्को यार। ਉਸਤਾਦ मोहतरम नस गया वो। नस गए ਉਸਤਾਦ ਜੀ ਕੈਸੀ ਗੱਲ ਹੈ ਕਿ ਜਦੋਂ ਤੁਸੀਂ ਕਿਤਾਬ ਪੜ੍ਹੀ ਹੈ ਤੇ ਉਹ ਆਂਦਾ ਤੁਸੀਂ ਗਾਲਾਂ ਕੱਢਦੇ ਹੋ। ਇਹਦਾ ਮਤਲਬ ਮਿਰਜ਼ੇ ਕਾਦੀਆਨੀ ਦੀਆਂ ਕਿਤਾਬਾਂ ਜਿਹੜੀਆਂ ਨੇ ਨਿਰੀਆਂ ਗਾਲਾਂ ਹੀ ਨੇ। ਨਿਰੀਆਂ ਗਾਲਾਂ ਅਸਲ ਵਿੱਚ ਉਹਨੇ ਗਾਲ ਇਹਨਾਂ ਨੂੰ ਕੱਢੀ ਹੈ। ਮਿਰਜ਼ੇ ਕਾਦੀਆਨੀ ਨੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਮੋਟੀ ਸਾਰੀ ਗਾਲ। ਉਹਨੇ ਕਿਹਾ ਇਹ ਜਿਹੜੇ ਨੇ ਨਾ
ਐਨੇ ਗਸ਼ਤੀ ਦੇ ਪੁੱਤਰ ਨੇ, ਇਹ ਮੇਰੀਆਂ ਕਿਤਾਬਾਂ ਹੀ ਨਹੀਂ ਪੜ੍ਹਦੇ। हवाला सुनो, किताब का नाम है रूहानी खज़ैन, जिल्द 5 सफ़ा 547 और 548, आईना कमालात इस्लाम। मिर्जा कादियानी कहता है तिल का कुतुबुन यंजुरु इलैहा कुल्लु मुस्लिमिन बिअैनिल मुहब्बती वल मुवद्दती व यंताफियु मिन मारिफिहा व युकल्लिबुनी व युसद्दिकु दावती इल्ला ज़ुरियतुल बकाया। कहता है मेरी ये वाली जो किताबें हैं ना, इनको हर मुसलमान बड़ी मोहब्बत और मुवद्दत की निगाह से देखता है, लेकिन जो मेरी किताबों से नफरत करता है, भागता है, मेरी किताबों से जान छुड़ाता है, वो कौन है? वो है रंडी का बच्चा। हवाला मैंने दे दिया। अब देख लें मिर्जे की किताबों से भागता कौन है? भाई मैं तो नहीं भागता, मैं तो पेश करता हूं। भागा कौन है? वो कादियानी मुरब्बी अभी जो बैठा था वो भाग गया। तो पता क्या चला, मिर्जे कादियानी ने गश्ती का बच्चा जिसको कहा है वो कौन है? यकीनी सी बात है जो मिर्जे की किताबों से भागा है वही गश्ती का बच्चा है, क्योंकि ये मिर्जे ने कायदा कुलिया बनाया, मैंने नहीं कायदा कुलिया बनाया। हाँ भाई, कोई और लभो यार, कोई और कोई दाना फड़ो। सादे मुहतरम रोजे शुरू ने, सारे मर्जी बंद ने। हाँ, वो तो चलो ठीक है, कोई एक अद्धा इधर उधर होएगा जिवें अजे हुण आया सी। लभो भाई, कोई तबलीग करन वास्ते कोई बंदा चाहिए, जिन्ना तिकर कोई कादियानी नहीं आएगा या छोटे मिर्जा जी वाला मरजई नहीं आएगा, तबलीग नहीं होनी। तबलीग ते फिर वो मजाज में डन हो गया, वो तो हो गई दुकान बंद। फिर जिन्ना तिकर तबलीग नहीं होनी उन्ना तिकर दुकान बंद रहनी। मिर्जा कादियानी की किताबों के बारे में ये अल फजल अखबार है, 5 जून 1934 का शुमारा है, सफ़ा नंबर 6। लिखते हैं कि हजरत मसीह मूतर लहे शलवार की किताबें कुरान पाक की तफासीर हैं, ये कुरान की तफसीर हैं। कादियानियों, ओए कादियानियों, मर जो, आ जाओ, काल पाओ। ओए कुरान की तफसीरें खोल खोल के दिखाओ। ओए और मिर्जे की किताबें खोलो कादियानियों, मर जाओ। तुहाडियां किताबां नूं ना मौलवियां ने जिंदा रखे। मौलवी ना हुंदे ते मिर्जे दियां किताबां दे नां तक नहीं सन तुहानूं आने। ਇਹ ਤੇ ਮੌਲਵੀਆਂ ਨੇ ਮਿਰਜ਼ੇ ਦੀਆਂ ਕਿਤਾਬਾਂ ਨੂੰ ਜ਼ਿੰਦਾ ਰੱਖਿਆ। ਕਿਤਾਬਾਂ ਤੁਹਾਡੇ ਮਿਰਜ਼ੇ ਦੀਆਂ ਪੜ੍ਹਦੇ ਤੇ ਪੜ੍ਹਾਉਂਦੇ ਮੌਲਵੀ। ਠੀਕ ਹੈ ਭਾਈ। ਆਂਦਾ ਉਹ ਖਲੀਫਾ ਜ਼ਾਨੀ ਸੀ ਜਿਹੜਾ, ਆਪਣੀ ਕਿਤਾਬ ਅਨਵਾਰੁਲ ਉਲੂਮ ਜਿਲਦ 5 ਸਫਾ 560 ਦੇ ਉੱਤੇ, ਉਹ ਜਿਹਨੇ ਆਪਣੀ ਕੁੜੀ ਨਾਲ ਜ਼ਨਾ ਕੀਤਾ ਸੀ, ਕਾਦੀਆਨੀ ਖਲੀਫਾ ਬਸ਼ੀਰਉद्दीन महमूद। वो आंदा जी, जो किताबें एक ऐसे शख्स ने लिखी हों जिस पर फरिश्ते नाजल होते थे, इनके पढ़ने से भी फरिश्ते नाजल होते हैं। चुनाचे हजरत साहब की किताबें जो शख्स पढ़ेगा उस पर फरिश्ते नाजल होंगे। और कादियानियों, फरिश्ते नहीं जे नाजल करने। आओ भाई आओ कादियानियों, सारे फरिश्ते ते साडे ते नाजल हुंदे ने पे, तुहाडे ते कोई ना होए फिर, क्योंकि किताबां ते असीं पढ़ने आ पे, तुसीं ते कोई नहीं पढ़दे पे। कादियानियों अच्छा घुन्ने हो के ना थल्ले बह के सुनी जाणगे कि ਜਦੋਂ ਮਿਰਜ਼ੇ ਕਾਦੀਆਨੀ ਲਿੱਤਰ ਪੈਣ ਦੀ ਵਾਰੀ ਆਂਦੀ ਏ, ਕਾਦੀਆਨੀ ਥੱਲੇ ਬਹਿ ਕੇ ਸੁਣੇਗਾ। ਉਹ ਮਰ ਜੋ, ਕਿੰਜਦੇ ਹੋ ਤੁਸੀਂ, ਖੁਸਰੇ ਹੋ, ਤੁਹਾਡੇ ਮਿਰਜ਼ੇ ਦੀ ਤੰਬੀ ਲੱਥਦੀ ਏ ਪਈ, ਤੁਸੀਂ ਘੁੰਨੇ ਹੋ ਕੇ ਥੱਲੇ ਬਹਿ ਕੇ ਸੁਣਦੇ ਹੋ।
और डुब मरोए कादियानी बंदा ला लितर लवे ते तुहानू पा लम्मे लवे भैड़ी करतूत कादियानियां दी सीना ठोक के गल करया करो कादियानियों मर जाओ खुसरे हो तुसी ये जड़े बंदा गल करदा है, कोई ਸਾਡੇ ਮੁਹਤਰਮ मर जाओ तुहानू असीं कोई गोली ते नहीं मारदे गल ही करनी है ना कोई मिर्दे दियां 4 किताबां ही खोल के तुहानू हवाला ही देंगे कोई तुहानू उत्थे कोई जहर दा टीका ते नहीं लांदे पे असीं तुहानू गशी पै जांदी है जदों मिर्दे दी किताब खुलदी है डुब मरो कादियानी और चलो यार करो गल करो कोई कादियानियों ही कोनी ते गल बंदा खे करे ਉਸਤਾਦ ਮੁਹਤਰਮ ਬੰਦਾ ਹੋਵੇ ਇੱਕ ਉਹ ਆਖੇ ਮੇਰਾ ਜਦੋਂ ਵਿਆਹ ਹੋਣ ਲਗਾ ਸੀ ਮੈਂ ਉਦੋਂ ਖੁਸਰਾ ਸਾਂ ਮੇਰਾ ਕੰਮ ਹੀ ਨਹੀਂ ਕਰਦਾ ਕੁਝ ਤੇ ਯਾਰ ਵੀ ਉਹਦਾ ਇੱਕ ਹਕੀਮ ਹੋਵੇ ਤੇ ਫਿਰ ਉਹ ਅੱਗੋਂ ਉਸੇ ਬਿਮਾਰ ਦੀ ਔਲਾਦ ਵੀ ਹੋਈਏ ਤੇ ਆਪ ਹੀ ਉਹ ਬਿਮਾਰ ਹੀ ਰਵੇ ਤੇ ਉਹ ਕੀ ਉਹ ਫਿਰ ਔਲਾਦ ਕਿਹਨੂੰ ਅੱਬਾ ਮਿਰਜ਼ਾ ਅੱਬਾ ਕਾਦੀਆਨੀ ਉਹ ਪਤਾ ਨਹੀਂ ਕੀ ਸੀ ਕੁਝ ਵੀ ਨਹੀਂ ਸੀ ਨਾ ਹੀ ਉਹ ਮਰਦ ਸੀ ਨਾ ਹੀ ਔਰਤ ਸੀ ਨਾ ਹੀ ਖੁਸਰਾ ਸੀ ਨਾ ਹੀ ਉਹ ਬੰਦਾ ਸੀ ਨਾ ਹੀ ਕੋਈ ਜਾਨਵਰ ਸੀ ਉਹ ਪਤਾ ਨਹੀਂ ਕੀ ਸੀ ਉਹ ਖੁਦ ਕਹਿੰਦਾ ਹੈ ਇਹਦਾ ਮਤਲਬ ਨਸਲੇ ਹੈ ਮੇਰੀ ਬੇਸ਼ੁਮਾਰ ਉਹ ਆਂਦਾ ਮੇਰੀਆਂ ਇਹਦਾ ਨਸਲਾਂ ਮਤਲਬ ਬੜੀਆਂ ਮੇਰੇ ਨੇ ਦਿਨ- ਬੇਬਾ ਨਸਲਾਂ ਨੇ किरमे खाकी हूँ उस्ताद मेरे जी, प्यारे ना आदमजाद हूँ बशर की जाए नफरत और इंसानों की आर वो कहता है मैं तो गंडोया हूँ मैं तो बंदे दा पुत्र है ही नहीं ना आदमजाद हूँ मैं बंदे दा बच्चा नहीं जे है ओए कादियानियों मिर्जे का ऐलान है कि मैं बंदे दा पुत्र नहीं जे वो कहता है मैं इसका बशर की मतलब जाए मिर्जे- नफरत हूँ जी ਇਹਦਾ ਮਤਲਬ ਮਿਰਦੇ ਨੂੰ ਵੇਖ ਕੇ ਮਿਸਾਲ ਬਣੀ ਸੀ ਨਾ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਉਹ ਨਹੀਂ ਮਿਰਜ਼ਾ ਕੁਝ ਵੀ ਨਹੀਂ ਸੀ ਠੁੱਠ ਵੀ ਨਹੀਂ ਸੀ ਹੈ ਕੁਝ ਵੀ ਨਹੀਂ ਸੀ ਜਾਂ ਤੇ ਹੋਏ ਨਾ ਕੁਝ ਹੋਏ ਤੇ ਬੰਦਾ ਉਹਦੇ ਤੇ ਗੱਲ ਵੀ ਕਰੇ ਤੁਸੀਂ ਵੇਖ ਲਓ ਉਹਦੀ ਔਕਾਤ ਵੇਖ ਲਓ ਕਿ ਉਹਦੀ ਜਮਾਤ ਦੇ ਕਿਸੇ ਫਰਦ ਦੇ ਵਿੱਚ ਜੁਰਤ ਨਹੀਂ ਕਿ ਮਿਰਜ਼ੇ ਦੀ ਜ਼ਾਤ ਦੇ ਉੱਤੇ ਗੱਲ ਕਰ ਸਕੇ ਮਤਲਬ ਕੀ ਸਮਝੇ ਹੋ ਕਿ ਮਤਲਬ ਮਿਰਜ਼ੇ ਦੀ ਜ਼ਾਤ ਕੋਈ ਅਹਿਮੀਅਤ ਨਹੀਂ ਰੱਖਦੀ ਉਹ ਕੁਝ ਵੀ ਨਹੀਂ ਇਹਨਾਂ ਨੂੰ ਪਤਾ ਹੈ ਕਾਦੀਆਨੀਆਂ ਨੂੰ ਕਿ ਜਦੋਂ ਮਿਰਜ਼ੇ ਦੀ ਜ਼ਾਤ ਉਹਦੇ ਕਰੈਕਟਰ ਦੇ ਉੱਤੇ ਗੱਲ ਆਏਗੀ ਤੇ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ ਲਿੱਤਰ ਪੈਣਗੇ ਇਸ ਵਾਸਤੇ ਮਿਰਜ਼ੇ ਨੂੰ ਤੇ ਉਹ ਟੱਚ ਹੀ ਨਹੀਂ ਕਰਦੇ ਸਮਝ ਰਹੇ ਹੋ ਕਿ ਨਹੀਂ अच्छा उस्ताद मोहतरम एक सवाल था मेरा जी कि अच्छा यार हजरत कोशिश किया ईसा करें उर्दू में बात किया करें वो मेरा अब चूंकि रिकॉर्डिंग होती है मैं जब आता हूं तो मैं साथ रिकॉर्डर लगा लेता हूं और हमारी रिकॉर्डिंग जो होती है हमारे चैनल के ऊपर अपलोड होती है खत्म नबूवत टाइम्स यूट्यूब का जो चैनल है अब वहां पर जो अवाम है ना वो है इंडिया और पाकिस्तान की अवाम ज्यादा सुनती है क्योंकि ये जो टिकटॉक है ये लाइव जो है पाकिस्तान और इंडिया के अंदर बैन है लेकिन यूट्यूब का रास्ता खुला हुआ है अब थार एरिया है या मतलब सिंध एरिया है या इंडिया है वहां पे पंजाबी समझ नहीं आती लोग वो लोग जब सुनते हैं वो कहते हैं शाह जी उर्दू में बात किया करें तो मैं कहता हूं यार मैं तो बड़ी कोशिश करता हूं लेकिन हमारे प्यारे प्यारे दोस्त मुझे खींच के पंजाबी की तरफ ले आते हैं अब वो भी मजबूर हैं और मैं भी मजबूर हो जाता हूं क्या करूं मैं तो कोशिश किया करें उर्दू में ही बात हाँ आगे पीछे आप जो जिस मर्जी जुबान में बात करते रहें और कोशिश करें जब मैं आऊं ना तो समझ लिया करें कि अब रिकॉर्डिंग भी पीछे हो रही है और जो भी हम बात करेंगे फिर उर्दू में करेंगे और अगली बात यह है कि बामकसद बात करें कोई ऐसी यावी ना मारें कि वो बाद में रिकॉर्डिंग जब जाए तो वो लोग कहें यार ये क्या हो रहा है ये तो कोई इफ़हाम व तफ़हीम वाली गुफ्तगू होनी चाहिए कि लोगों को कुछ समझ आए कुछ पता चले कोई इल्म मिले कोई नॉलेज मिले आपने देखा होगा जब मैं आता हूं
تو ایک آدھ حوالہ میں لازمی اپنی گفتگو میں دیتا ہوں تاکہ کم از کم وہ ہماری جو گفتگو ہے با معنی اور با مقصد ہو جائے اور لوگوں کو کچھ سننے کو سیکھنے کو ملے. کوئی یہ نہ کہے کہ یار یہاں تو گپے مار رہے تھے تم. ہاں جی تو کیر میاں. جی استاد محترم، ایک سوال ذہن میں پیدا ہو رہا تھا کہ اس نے تو مطلقاً انکار کیا نا کہ حضرت عیسیٰ علیہ السلام جو ہے وہ زندہ نہیں ہیں، لیکن اس کے برعکس روحانی خزائن جلد 8 صفحہ نمبر 68-69 اس میں یہ کہتا ہے کہ جی اپنی ماں کی چھاتیوں تک پہنچ گیا اور اس کا خدا وہ سینہ میں اور اس سے ہم کلام ہوا اور اس کو پیارا بنایا. یہ وہی موسیٰ مرد خدا ہے جس کی نسبت قرآن میں اشارہ ہے کہ وہ زندہ ہے اور ہم پر فرض ہو گیا کہ ہم اس پر ایمان لاویں کہ وہ زندہ آسمان پر موجود ہے اور مردوں میں سے نہیں. تو اس کا یہ کیا مقصد تھا کہ حضرت موسیٰ علیہ السلام کو زندہ ثابت کرنا؟ یہ استاد موسیٰ علیہ السلام کو وہ زندہ کہتا ہے نا، حضرت موسیٰ علیہ السلام کو وہ زندہ سمجھتے ہیں اور کہتا ہے وہ زندہ آسمان پر موجود ہے اور مردہ نہیں ہے. اور وہاں پہ جو لفظ ہے نا لم یمت کے عربی کے الفاظ ہیں جس کا ترجمہ مرزا قادیانی نے کیا ہی نہیں ہے. وہ کھا گیا، خود اپنی عبارت کو ہی کھا گیا. دجال آدمی تھا، کذاب آدمی تھا اور جاہل مطلق. اس کا ترجمہ تو اس نے اردو کے نیچے جو لائن آپ پڑھ کے سنا رہے ہیں وہ نیچے لکھا ہوا ہے، اوپر عربی لکھی ہوئی ہے. اور وہ جو آپ حوالہ دے رہے ہیں نا وہ روحانی خزائن جلد 8 صفحہ 68 اور 69 ہے اور اس کا رسالہ ہے نور الحق. تو حضرت موسیٰ علیہ السلام کو وہ جو ہے نا زندہ مانتا ہے، لیکن حضرت عیسیٰ علیہ السلام کو وہ مردہ کہتا ہے. تو یہ وہی بات ہے کہ جاہل آدمی ہے، پتہ ہی کچھ نہیں اس کو. اور قادیانیوں کے اندر جرت ہی نہیں ہے کہ کسی ایک موضوع کے اوپر ان کو کمانڈ حاصل ہو اور یہ بات کر سکے. مرزا قادیانی ان کو ایک دلدل کے اندر پھنسا گئے، ایسی دلدل جس سے یہ نکل ہی نہیں سکتے. دو ہی رستے ہیں، تیسرا کوئی رستہ نہیں ہے. ایک یہ رستہ ہے کہ مرزا قادیانی کی عبارتوں کو سن کے قادیانی فوری طور پہ کہے لکھ دی لعنت، کذاب انسان تیرے اوپر لعنت. اور دوسرا رستہ یہ ہے کہ بات مولوی تو بات تو ٹھیک کر رہا ہے لیکن نہیں، ہم نے مرزے کو نہیں چھوڑنا. یہ دو رستے ہیں. قادیانی یہ دوسرے رستے کو اپنا رہے ہیں. ان کو پتہ ہے کہ مرزا قادیانی فراڈی ہے، کذاب ہے، دجال ہے، اس کا جواب ہمارے پاس کوئی نہیں ہے. لیکن چونکہ ہم جماعت کے ایک موسی ہیں اور جماعت کے ساتھ اٹیچ ہیں، ہمارے رشتے ناتے ہیں، تو جماعت کو ہم چھوڑ نہیں سکتے. اور اگر ہم نے کہہ دیا کہ مرزا کذاب ہے تو پھر تو جماعت سے ہمارا خروج لگ جائے گا. تو وہ خروج سے بچنے کے لیے اب یہ جناب کہتے ہیں نہیں جی وہ مرزا صاحب سچے، مرزا صاحب سچے، مرزا جی سچے. یہ بات ہے، بس اور کچھ بھی نہیں. ان کو سب پتہ ہے، یہ جو عبارتیں آپ پڑھتے ہیں، جو مکالمات کرتے ہیں، جو حوالے دیتے ہیں، سب پتہ ہے، ایک ایک چیز کا پتہ ہے ان کو. آپ دیکھیں، کبھی نہیں آپ دیکھیں گے کہ عاجز نے کوئی حوالہ دیا ہو اور قادیانی نے اس کو چیلنج کیا ہو کہ مفتی بشر تیرا دیا ہوا حوالہ غلط ہے. اس کا چیلنج نہ کرنا اس بات کی دلیل ہے کہ قادیانی مانتا ہے کہ ہے واقعی تو جو بات کر رہے بات بالکل ٹھیک ہے. وہ الگ بات ہے کہ ہمارے پاس اس کا کوئی جواب نہیں. اے مولوی تیری بات کا ہمارے پاس جواب نہیں ہے. بات ٹھیک ہے تیری، تو جھوٹ نہیں بول رہا، تو بول سچ ہی رہے، لیکن جواب نہیں ہے ہمارے پاس. یہ بات ہے.
جی تو شاہ جی اس کا ترجمہ کیا بنے گا؟ حتی فی السماء ولم یمت ولیس یعنی وہ مرے نہیں ہیں، لم یمت، وہ مرے نہیں ہیں، لم یمت، ٹھیک ہو لم یمت یعنی وہ مرے نہیں ہیں. تو اس کا ترجمہ اردو میں نہیں کیا اس نے، دوبارہ ترجمہ پڑھ کے دیکھ لیں، اس کا ترجمہ اس نے کیا ہی نہیں ہے. وہ یہ تو مانتا ہے کہ حی فی السماء، کہ وہ زندہ آسمان میں موجود ہیں، اور آگے وَلَمْ يَمُتْ وَلَيْسَ مِنَ الْمَيِّتِينَ میں لم یمت کو چھوڑ کے وَلَيْسَ مِنَ الْمَيِّتِينَ کا ترجمہ کرتا ہے اور مردوں میں سے نہیں. سمجھ رہے ہیں کہ نہیں توقیر؟ جی جی استاد محترم، بات سمجھ آئی ہے کہ نہیں؟ جی استاد محترم آ گئی، بالکل اس میں لم یمت کھا گیا. کھا گیا. ٹھیک ہو گیا. اچھا یار، ختم نبوت ٹائمز پر ابھی تک براڑ لگی ہوئی ہے، پتہ ہے آپ کو؟ ابھی تک براڑ لگی ہوئی ہے، اور وہاں پر ایک ایتھیسٹ آیا ہوا ہے، تو ہمیں بھی جانا چاہیے یار. اچھا بیٹھے آپ حضرات، مجھے اجازت دیں ذرا. اس پروگرام میں شریک مہمان اور کال کرنے والوں کی آراء، موقف اور خیالات ان کے اپنے ذاتی ہیں، اور ضروری نہیں کہ وہ ہمارے چینل اور ٹیم کے خیالات، آراء اور موقف کی عکاسی کریں. ہم کسی دوسرے فرد کی آراء اور موقف کے ذمہ دار نہیں.